रोजाना स्पोक्समैन वर्गे चैनल आ, इन्होंने भी सानू बड़ा आइसोलेट किया ते सानू बदनाम करने की कोशिश की। इहो जे मीडिया तो भी बच के रहो। और मेरे विरुद्ध तो लड़ियो चलाती। सिੱਖੀ ਨੂੰ ਤੇ ਕਿਸਾਨੀ ਨੂੰ ਤੁਸੀਂ ਵੱਖ-ਵੱਖ ਪੰਜਾਬ ਚੋਂ ਕਿਵੇਂ ਦੇਖ ਸਕਦੇ? 26 ਜਨਵਰੀ ਤੋਂ ਬਾਅਦ ਜਿੱਦੇ ਤੁਸੀਂ ਆਪ ਹੀ ਉਹਨਾਂ ਬੰਦਿਆਂ ਨੂੰ ਉੱਥੋਂ ਅੱਖੋਂ ਪਰੋਖੇ ਕਰਤਾ ਤੇ ਉਹਨਾਂ ਨੂੰ ਗਦਾਰ ਐਲਾਨਤਾ, ਤੁਹਾਡੀਆਂ ਉਹ ਮੀਟਿੰਗਾਂ ਵੀ ਬੰਦ ਹੋ ਗਈਆਂ। ਨਹੀਂ, ਤੁਸੀਂ ਆਪਦੀਆਂ ਟਰਮਸ ਤੇ ਜਾ ਕੇ ਜਰਨੈਲਾਂ ਵਾਂਗੂ ਬਹਿ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ। ਹਾਲਾਂਕਿ ਸਾਰਿਆਂ ਦਾ ਸਾਂਝਾ ਤਿਉਹਾਰ ਆ, ਤਾਂ ਫਿਰ ਦੀਵਾਲੀ ਤੇ ਮੈਜੋਰਿਟੀ ਨੂੰ ਖੁਸ਼ ਕੀਤਾ ਜਾ ਸਕਦਾ ਸੀ। ਨਾ 15 ਅਗਸਤ ਚੁਣੀ ਗਈ, ਨਾ ਦੀਵਾਲੀ ਚੁਣੀ ਗਈ, ਚੁਣਿਆ ਗਿਆ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਸੋ ਇਹਦਾ ਮਤਲਬ ਕੀ ਹੈ? ਬਾਬੇ ਨਾਨਕ ਨੇ ਕਲਾ ਵਰਤਾਈ ਹੈ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਸੀ ਹਮੇਸ਼ਾ, ਤੇ ਇਸ ਗੱਲ ਨੂੰ ਐਕਸੈਪਟ ਕਰੋ। ਤੁਸੀਂ ਵੀ ਤਾਂ ਪੰਥ ਦਾ ਹਿੱਸਾ ਹੋ, ਤੁਸੀਂ ਵੀ ਤਾਂ ਸਿੱਖਾਂ ਦੇ ਘਰਾਂ ਚ ਜੰਮੇ ਹੋ ਨਾ, ਤੁਸੀਂ ਕਿਹੜਾ ਪੰਥ ਤੋਂ ਬਾਹਰ ਹੋ? ਵੀ ਨਫ਼ਰਤ ਨੂੰ ਆਪਦੇ ਦਿਲਾਂ ਚੋਂ ਕੱਢ ਕੇ ਫੈਸਲੇ ਲਓ। ਹੁਣ ਅਗਲੇ ਜਿਹੜੇ ਫੈਸਲੇ ਲਾਓਗੇ ਉਹ ਕਿਸਾਨਾਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਲਿਓ, ਕਿਤੇ ਆਪਦੀ ਪੋਲਿਟਿਕਸ ਐਡਵਾਂਸ ਕਰਨ ਦੇ ਚੱਕਰ 'ਚ ਨਾ ਪੈ ਜਿਓ। ਹੁਣ ਤਾਂ ਅਸੀਂ ਜਿੱਤੇ ਬੈਠੇ ਆ, ਹੁਣ ਤਾਂ ਮੈਂ ਤੁਹਾਨੂੰ ਗੱਲਾਂ ਕਰ ਸਕਦਾ, ਤੁਹਾਡੇ ਨਾਲ ਰੂਬਰੂ ਹੋ ਸਕਦਾ। ਬਹੁਤ ਇਹੋ ਜਿਹੇ ਅਕਾਊਂਟ ਸਸਪੈਂਡ ਕਰਤੇ ਜਿਹੜੇ ਅਕਾਊਂਟਾਂ ਤੋਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ। ਇਹ ਕਿਸਾਨੀ ਦੀ ਗੱਲ ਆ, ਸਪਿਰਿਟ ਸਿੱਖੀ ਨਾਲ ਲੜਿਆ ਜਾ ਰਿਹਾ ਅੰਦੋਲਨ, ਇਹ ਤੋਂ ਪਾਸੇ ਨਹੀਂ ਗਏ। ਹੋਰ ਕਿਸੇ ਗੱਲਾਂ 'ਚ ਨਾ ਫਸਾਓ ਵੀ ਦੇਖੋ ਗੁਰੂ ਨਾਨਕ ਸਾਹਿਬ ਦੇ ਦਿਨ ਤੇ ਇਹ ਐਲਾਨ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਆ। ਲੋਕਾਂ ਨੂੰ ਨਿਊਜ਼ ਚਾਹੀਦੀ ਆ, ਲੋਕਾਂ ਨੂੰ ਵਿਊਜ਼ ਨਹੀਂ ਚਾਹੀਦੇ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਸੀ ਉਹ ਸਾਡੇ ਕਿਸਾਨੀ ਸੰਘਰਸ਼ ਦੀ ਮੌਜੂਦਾ ਹਾਲਤ ਜੋ ਉਹਦੇ ਬਾਰੇ ਤੇ ਭਵਿੱਖ ਦੀ ਰਣਨੀਤੀ ਬਾਰੇ। ਇਹ ਦੋ ਤਿੰਨ ਜਿਹੜੇ ਵਿਸ਼ੇ ਆ ਬੜੇ ਇੰਪੋਰਟੈਂਟ ਆ, ਬੜੇ ਖਾਸ ਆ, ਕਿਉਂਕਿ ਸਿਚੁਏਸ਼ਨ ਜਿਹੜੀ ਆ ਉਹ ਬੜੀ ਇਸ ਵੇਲੇ ਸਾਡੇ ਲਈ ਇਤਿਹਾਸਿਕ ਆ, ਆਪਾਂ ਇਹ ਕਹਿ ਸਕਦੇ ਹਾਂ। ਤੇ ਇਤਿਹਾਸਿਕ ਸਿਚੁਏਸ਼ਨ ਨੂੰ ਸਮਝ ਕੇ ਅਸੀਂ ਫਿਊਚਰ 'ਚ ਆਪਦੀ ਜੋ ਰਣਨੀਤੀ ਘੜਦੇ ਆ, ਇੱਕ ਫਿਊਚਰਿਸਟਿਕ ਅਪਰੋਚ ਜਿਹਨੂੰ ਕਹਿੰਦੇ ਆ, ਉਹ ਰੱਖ ਕੇ ਗੱਲਾਂ ਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਂਦਾ। ਅੱਜ ਹੋ ਸਕਦਾ ਗੱਲਬਾਤ ਆਪਾਂ ਥੋੜੀ ਬਹੁਤ ਲੰਬੀ ਕਰੀਏ, ਸਾਡੇ ਲਈ ਜ਼ਰੂਰੀ ਆ ਗੱਲਾਂ ਨੂੰ ਕਿਸੇ ਖਾਸ ਪਰਸਪੈਕਟਿਵ 'ਚ ਸਮਝਣਾ, ਕਿਉਂਕਿ ਕਈ ਵਾਰੀ ਗੱਲਾਂ ਸਾਡੇ ਸਮਝ ਨਹੀਂ ਆਉਂਦੀਆਂ ਤੇ ਅਸੀਂ ਜਿਸ ਤਰ੍ਹਾਂ ਦਾ ਫਿਰ ਸਾਰੇ ਪਾਸਿਓਂ ਇੱਕ ਬਿਰਤਾਂਤ ਰਚਿਆ ਜਾ ਰਿਹਾ ਹੁੰਦਾ ਉਹਦੇ 'ਚ ਹੀ ਬਹਿ ਜਾਂਦੇ ਆ। ਸੋ ਇਸ ਕਰਕੇ ਮੇਰਾ ਵੀ ਇੱਕ ਫਰਜ਼ ਇਹ ਬਣਦਾ ਸੀ ਵੀ ਮੈਂ ਜਿਹੜਾ ਇੱਕ ਪਰਸਪੈਕਟਿਵ ਸੰਗਤ ਸਾਹਮਣੇ ਲੈ ਕੇ ਆਵਾਂ, ਤੇ ਇਹ ਸੰਗਤ 'ਚ ਫੈਸਲਾ ਸੰਗਤ ਆਪ ਕਰੇ ਵੀ ਜੋ ਚੱਲ ਰਿਹਾ ਉਹ ਕਿਉਂ ਚੱਲ ਰਿਹਾ ਤੇ ਕਿਵੇਂ ਚੱਲਿਆ, ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਰਣਨੀਤੀ ਆ ਉਹ ਕੀ ਹੋਣੀ ਚਾਹੀਦੀ ਆ। ਸੋ ਇਹ ਕੁਝ ਗੱਲਾਂ ਆਪਾਂ ਇਹਦੇ ਤੇ ਕਰਦੇ ਹਾਂ। ਪਹਿਲੀ ਗੱਲ, ਸੰਘਰਸ਼ ਨੂੰ ਲੈ ਕੇ ਜੋ ਸਰਕਾਰ ਦਾ ਬਿਆਨ ਆਇਆ, ਅੱਜ ਕੈਬਨਿਟ ਨੇ ਇੱਕ ਫਾਰਮਰ ਰਿਪੀਲ ਬਿੱਲ, ਇੱਕ ਲਿਸਟ ਕੱਢੀ ਆ ਜਿਹਦੇ 'ਚ ਫਾਰਮਰ ਰਿਪੀਲ ਬਿੱਲ ਇੰਟਰੋਡਿਊਸ ਕਰ ਰਹੇ ਆ 29 ਤਰੀਕ ਨੂੰ ਐਜ਼ ਆਈਟਮ ਨੰਬਰ 1 ਇਨ ਦ ਪਾਰਲੀਮੈਂਟ। ਸੋ ਇਹਦਾ ਮਤਲਬ ਕੈਬਨਿਟ ਨੇ ਅਪਰੂਵ ਕਰਤਾ, ਮੋਰਲੈਸ ਇੱਕ ਐਲਾਨ ਹੋਣਾ ਹੁਣ 29 ਤਰੀਕ ਨੂੰ। ਤੇ ਜਿਹੜੇ ਕਾਨੂੰਨ ਆ, ਇਹ ਜਿਹੜੇ ਫਾਰਮਰ ਲਾਅ ਬਣੇ ਸੀ ਉਹਨਾਂ ਨੂੰ ਉਹਤੇ ਰਿਪੀਲ ਕਰ ਦੇਣਗੇ। ਤਾਂ ਇਹਦੀ ਸਾਰੀ ਕੌਮ ਨੂੰ, ਸਿੱਖ ਪੰਥ ਨੂੰ, ਗੁਰੂ ਖਾਲਸਾ ਪੰਥ ਨੂੰ, ਕਿਸਾਨ ਜਥੇਬੰਦੀਆਂ ਨੂੰ, ਸਾਡੇ ਸੰਘਰਸ਼ੀ ਬੰਦਿਆਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਇੱਕ ਸਾਂਝੀ ਜਿਹੜੀ ਇੱਕ ਵਧਾਈ, ਉਹ ਬਹੁਤ ਜ਼ਰੂਰੀ ਆ ਵੀ ਅਸੀਂ ਇਸ ਗੱਲ ਨੂੰ ਸਮਝੀਏ ਵੀ ਕਿਸ ਤਰ੍ਹਾਂ ਅਸੀਂ ਇਹ ਸੰਘਰਸ਼ ਲੜਿਆ। ਦੇਖੋ, ਇਹ ਸਾਰਿਆਂ ਦਾ ਸਾਂਝਾ ਸੰਘਰਸ਼ ਸੀ। ਇਹ ਆਪਾਂ ਪਹਿਲੇ ਦਿਨ ਤੋਂ ਗੱਲ ਕਹਿੰਦੇ ਆ ਰਹੇ ਹਾਂ, ਸੰਘਰਸ਼ ਸਾਂਝਾ ਸੀ, ਪਰ ਸੰਘਰਸ਼ 'ਚ ਜਿਹੜਾ ਮੋਹਰੀ ਦਸਤਾ ਸੀ, ਹਰਾਵਲ ਦਸਤਾ, ਜਾਂ ਜਿਹਨੂੰ ਕਹਿ ਲਈਏ ਡਰਾਈਵਿੰਗ ਫੋਰਸ, ਉਹ ਸਿੱਖ ਰਹੇ ਆ। ਇਹ ਗੱਲ ਪ੍ਰਤੱਖ ਹੋ ਗਈ ਵੀ ਮੋਹਰੀ ਦਸਤਾ ਜਾਂ ਡਰਾਈਵਿੰਗ ਫੋਰਸ ਸਿੱਖ ਸਪਿਰਿਟ ਨਾਲ ਇਹ ਸੰਘਰਸ਼ ਲੜਿਆ ਗਿਆ।
ਇਹ ਤੇ ਤੋਂ ਆਪਾਂ ਦੇਖ ਲਈਏ ਵੀ ਜਿੱਦਾਂ ਅਸੀਂ 26 ਨਵੰਬਰ ਨੂੰ 1 ਸਾਲ ਹੋਣ ਵਾਲਾ ਹੋ ਗਿਆ, 2-4 ਦਿਨਾਂ 'ਚ 1 ਸਾਲ ਹੋ ਜਾਣਾ, ਤੁਰੇ ਆ ਤੇ ਪਹਿਲਾ ਟਰੈਕਟਰ ਜਿਹੜਾ ਲੀਡ ਕਰ ਰਿਹਾ ਦਿੱਲੀ ਵੱਲ ਨੂੰ, ਉਹਦੇ ਤੇ ਸੰਤਾਂ ਦੀ ਫੋਟੋ ਲੱਗੀ ਆ ਤੇ ਜਕਾਰੇ ਲੱਗਦੇ ਜਾ ਰਹੇ ਆ, ਹਨਾ। ਤੇ ਜਿਹੜੇ ਗਾਣੇ ਸੁਣ ਲਓ ਹੁਣ, ਜਿਹੜੇ ਸਾਡੇ ਗਾਣੇ ਸੀ ਵੀ ਸੰਤਾਂ ਦੀ ਤਸਵੀਰ ਡਰਾਉਂਦੀ ਆ ਜਿਹੜੀ ਦੁਸ਼ਮਣ ਨੂੰ, ਇਹੋ ਜਿਹੇ ਗਾਣੇ ਲੱਗ ਰਹੇ ਆ ਤੇ ਬੈਰੀਕੇਡ ਟੁੱਟਦੇ ਜਾ ਰਹੇ ਆ, ਜਿਵੇਂ ਐਨ ਤੀਲਿਆਂ ਵਾਂਗੂ ਉੱਡਦੇ ਜਾ ਰਹੇ ਆ, ਜਿਹੜੀ ਬੈਰੀਕੇਡ ਤੇ ਸਰਕਾਰ ਨੇ ਲੱਖਾਂ ਪੈਸੇ ਲਾਏ ਸੀ। ਹੁਣ ਉਦੋਂ ਬਾਅਦ 26 ਨਵੰਬਰ ਨੂੰ ਜਿਵੇਂ ਉੱਥੇ ਉਹ ਸੰਘਰਸ਼ੀ ਬੰਦੇ ਜਿਨ੍ਹਾਂ ਨੇ ਦਿੱਲੀ ਨਾਲ ਸਿੱਧਾ ਮੱਥਾ ਲਾਇਆ ਜਾ ਕੇ, ਉਹ ਲੈ ਗਏ ਤੇ ਉੱਥੇ ਜਾ ਕੇ ਉਸੇ ਟਰੈਕਟਰ ਤੇ ਫਿਰ ਸਟੇਜ ਲਾਤੀ। ਹੁਣ ਉਦੋਂ ਬਾਅਦ ਦੀ ਗੱਲ ਦੇਖੀਏ, ਜਿਵੇਂ ਲੰਗਰ ਵਰਤੇ, ਜਿਵੇਂ ਅਰਦਾਸਾਂ ਹੋਈਆਂ, ਜਿਵੇਂ ਉੱਥੋਂ ਨਿਤਨੇਮ ਹੋਏ, ਜਿਵੇਂ ਰਾਤ ਨੂੰ ਪਹਿਰੇ ਲੱਗਦੇ ਸੀ, ਅਸੀਂ ਆਪ ਜਾਂਦੇ ਹੁੰਦੇ ਸੀ ਪਹਿਰਿਆਂ ਤੇ ਐਨ ਜਮਾ ਪਿੱਛੋਂ ਜਿੱਥੇ ਆਪਣਾ ਮੋਰਚਾ ਸੀ, ਮੈਨੂੰ ਲੱਗਦਾ ਉੱਥੋਂ ਸਟੇਜ 2.5-3 ਕਿਲੋਮੀਟਰ ਦੂਰ ਸੀ, ਤੇ ਸਾਡੇ ਮੁੰਡੇ ਨਾਮ ਜਪਦੇ, ਸਤਨਾਮ ਵਾਹਿਗੁਰੂ ਦਾ ਨਾਮ ਜਪਦੇ, ਉੱਥੋਂ ਤੱਕ ਧੁਰ ਤਾਈਂ ਪਹਿਰਾ ਦੇ ਕੇ ਵਾਪਸ ਆਉਂਦੇ। ਤੇ ਜਿਹੜਾ ਸ਼ਬਦ ਚੱਲਦੇ ਉਹਦੇ ਚ ਵੀ ਸਿਰਫ 10ਵੇਂ ਪਾਤਸ਼ਾਹ ਦਾ ਜ਼ਿਕਰ, ਉਹਦੇ ਚ ਗੁਰੂ ਖਾਲਸਾ ਪੰਥ ਦਾ ਜ਼ਿਕਰ। ਸੋ ਜਿਹੜੀ ਸਪਿਰਿਟ ਲੜ ਰਹੀ ਸੀ ਨਾ, ਇਹ ਇੱਕ ਸਿੱਖ ਸਪਿਰਿਟ ਇਸ ਮੋਰਚੇ ਨੂੰ ਲੜ ਰਹੀ ਸੀ। ਇਹਦੇ ਗੱਲ ਆਪਾਂ ਵਾਰ-ਵਾਰ ਕੀਤੀ ਆ, ਇਹ ਗੱਲ ਸਾਡੇ ਲਈ ਸਮਝਣੀ ਬੜੀ ਜ਼ਰੂਰੀ ਆ ਤੇ ਆਪਾਂ ਲੌਜਿਕ ਚ ਸਮਝਾਂਗੇ। ਜਦੋਂ ਮੋਦੀ ਸਰਕਾਰ ਨੇ 1 ਸਾਲ ਅੜੇ ਰਹੇ, ਹੋ 1 ਸਾਲ ਸਾਨੂੰ ਗਲਤ ਕਹਿੰਦੇ ਰਹੇ, ਬੜਾ ਵੱਡਾ ਪ੍ਰਚਾਰ ਕੀਤਾ, ਨੈਸ਼ਨਲ ਮੀਡੀਆ ਨੇ ਸਾਡੇ ਅਗੇਂਸਟ ਪ੍ਰਚਾਰ ਕੀਤਾ, ਬੜੇ ਤਰ੍ਹਾਂ ਦੇ ਸਾਡੇ ਤੇ ਉਹਨਾਂ ਨੇ ਲੇਬਲ ਲਾਏ। ਪਰ 1 ਸਾਲ ਬਾਅਦ ਆ ਕੇ ਗੁਰਪੁਰਬ ਵਾਲੇ ਦਿਨ, ਇਹ ਦਿਨ 15 ਅਗਸਤ ਵੀ ਹੋ ਸਕਦਾ ਸੀ, ਇਹ ਦਿਨ ਦੀਵਾਲੀ ਦਾ ਦਿਨ ਵੀ ਹੋ ਸਕਦਾ ਸੀ। ਜੇ ਆਪਾਂ ਕਹਿ ਲਈਏ ਵੀ ਰਾਸ਼ਟਰਵਾਦ ਇੱਕ ਜਜ਼ਬੇ ਦੀ ਗੱਲ ਕਰਦੇ ਤਾਂ ਫਿਰ 15 ਅਗਸਤ ਨੂੰ ਕਰ ਦਿੰਦੇ, ਹਨਾ। ਜਾਂ ਆਪਾਂ ਇਹ ਕਹਿ ਲਈਏ ਜਿਹੜੀ ਇੱਕ ਦੀਵਾਲੀ ਸਾਂਝਾ ਤਿਉਹਾਰ ਆ ਸਾਰਿਆਂ ਦਾ, ਇੱਕ ਮੈਜੋਰਿਟੀ ਆ ਜਿਹੜੀ ਆਪਣੀ ਇੱਥੇ, ਉਹ ਦੀਵਾਲੀ ਇਸ ਤਰ੍ਹਾਂ ਮਨਾਉਂਦੀ ਆ ਵੀ ਇੱਕ ਹਿੰਦੂਆਂ ਦਾ ਤਿਉਹਾਰ ਆ, ਹਾਲਾਂਕਿ ਸਾਰਿਆਂ ਦਾ ਸਾਂਝਾ ਤਿਉਹਾਰ ਆ, ਤਾਂ ਫਿਰ ਦੀਵਾਲੀ ਤੇ ਮੈਜੋਰਿਟੀ ਨੂੰ ਖੁਸ਼ ਕੀਤਾ ਜਾ ਸਕਦਾ ਸੀ। ਨਾ 15 ਅਗਸਤ ਚੁਣੀ ਗਈ, ਨਾ ਦੀਵਾਲੀ ਚੁਣੀ ਗਈ, ਚੁਣਿਆ ਗਿਆ ਗੁਰਪੁਰਬ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਸੋ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਵੀ ਜੋ ਐਂਟੀ ਸਟੇਟ, ਇਹ ਜਦੋਂ ਕਿਸੇ ਚੰਗੇ ਸੁਪਰੀਮ ਕੋਰਟ ਦੇ ਜੱਜ ਨੇ ਵੀ ਇਹ ਗੱਲ ਕਹੀ ਆ ਵੀ ਸਟੇਟ ਜਦੋਂ ਕੁਰਾਹੇ ਪੈ ਜਾਂਦੀ ਆ ਜਾਂ ਗਲਤ ਫੈਸਲੇ ਲੈਂਦੀ ਆ ਤੇ ਉਹਦੇ ਸਿਟੀਜ਼ਨਸ ਦਾ, ਸਟੇਟ ਦੇ ਕੁਝ ਸਿਟੀਜ਼ਨਸ ਦਾ ਇਹ ਫਰਜ਼ ਬਣਦਾ ਵੀ ਸਟੇਟ ਨੂੰ ਸਹੀ ਰਾਹ ਤੇ ਲੈ ਕੇ ਆਵੇ, ਤੇ ਉਹ ਫਰਜ਼ ਨਿਭਾਇਆ ਸਿੱਖਾਂ ਨੇ। ਸਿੱਖਾਂ ਨੇ ਸਟੇਟ ਦੇ ਵਿਰੁੱਧ ਇੱਕ ਜਿਹੜਾ ਨੈਰੇਟਿਵ ਖੜਾ ਕਰਕੇ, ਬਿਰਤਾਂਤ ਖੜਾ ਕਰਕੇ ਲੜਾਈ ਲੜੀ ਆ। ਤੁਸੀਂ ਸਾਰੇ ਗਾਣੇ ਦੇਖ ਲਓ, ਦਿੱਲੀ ਨੂੰ ਐਂ ਸੰਬੋਧਨ ਕਰਦੇ ਰਹੇ ਜਿਵੇਂ ਪਤਾ ਨਹੀਂ ਸਦੀਆਂ ਦਾ ਵੈਰ ਹੁੰਦਾ ਸਾਡਾ। ਤੇ ਉਹ ਜਜ਼ਬਾ ਜਿਹਨੂੰ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਵੀ ਲੜਾਈ ਸਬਕੌਂਸ਼ੀਅਸ ਚੋਂ ਲੜੀ ਜਾ ਰਹੀ ਆ, ਇਹ ਲੜਾਈ ਅਵਚੇਤਨ ਮਨ ਚੋਂ ਲੜੀ ਜਾ ਰਹੀ ਆ। ਇਹ ਜਜ਼ਬਾ ਵੀ ਸਾਡਾ ਉਸ ਅਵਚੇਤਨ ਮਨ ਚੋਂ ਉੱਠਿਆ, ਕਿਉਂਕਿ ਚੇਤਨ ਮਨ ਚ ਤਾਂ ਅਸੀਂ ਪਰਿਵਾਰ ਸਾਡਾ ਹੋਊ ਕਿ ਸਾਡੇ ਕਾਰੋਬਾਰ ਬੰਦ ਹੋ ਜਾਣਗੇ, ਇਹ ਸਭ ਕੁਝ ਆਪਾਂ ਸੋਚਣ ਲੱਗ ਜਾਂਦੇ ਆ। ਪਰ ਜਦੋਂ ਜਿਹੜੇ ਚਿਣਗ, ਜਿਹੜੇ ਜਜ਼ਬੇ ਦੀ ਗੱਲ ਕਰਦੇ ਆ, ਉਹ ਅਵਚੇਤਨ ਮਨ ਚ ਪਿਆ, ਜਿਹੜੀ ਚਿਣਗ ਗੁਰੂ ਸਾਹਿਬ ਨੇ ਸਾਡੇ ਅੰਦਰ ਲਾਈ ਆ। ਸੋ ਅਸੀਂ ਜਦੋਂ ਦਿੱਲੀ ਨਾਲ ਲੜੇ ਆ, ਉਸ ਅਵਚੇਤਨ ਮਨ ਚੋਂ ਹੀ ਲੜੇ ਆ, ਉਸ ਜਜ਼ਬੇ ਦੇ ਥਰੂ ਲੜੇ ਆ। ਸੋ ਇਸ ਕਰਕੇ ਉਹ ਜਜ਼ਬਾ ਜੋ ਇੱਥੇ ਹਰਾਵਲ ਦਸਤੇ ਨੇ ਦਿਖਾਇਆ, ਇਹ ਜਜ਼ਬਾ ਸਟੇਟ ਨੇ ਵੀ ਪਛਾਣਿਆ। ਸਟੇਟ ਨੇ ਇਹ ਗੱਲ ਭਲੀ ਭਾਂਤੀ ਪਛਾਣੀ ਵੀ ਜਿਹੜਾ ਨੈਰੇਟਿਵ ਇੱਥੇ, ਕਿਉਂਕਿ ਇਟ ਵਾਸ ਅ ਵਾਰ ਆਫ ਨੈਰੇਟਿਵਸ, ਇਹ ਗੱਲ ਸਮਝ ਲਈਏ ਆਪਾਂ, ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਜਿਹੜੀ ਲੜਾਈ ਆ ਨਾ, ਇਹ ਬਿਰਤਾਂਤ ਦੀ ਲੜਾਈ ਆ। ਵਾਰ ਆਫ ਨੈਰੇਟਿਵਸ ਚ ਆਪਾਂ ਸਟੇਟ ਦੇ ਨੈਰੇਟਿਵ ਨੂੰ ਧੱਕ ਕੇ ਲੈ ਗਏ, ਐਨ ਖੂੰਜੇ ਲਾਤਾ ਉਹਨੂੰ। ਇਸ ਗੱਲ ਚ ਸਾਡਾ ਜਿਹੜਾ ਡਾਇਸਪੋਰਾ ਬੈਠਾ, ਜਿਹੜਾ ਕਿ ਬੜਾ ਸਟਰੋਂਗ ਆ, ਇਹ ਬੜੀ ਵੱਡੀ ਆਪਣੀ ਪ੍ਰਾਪਤੀ ਆ ਵੀ ਜਿਹੜੇ ਸਾਡੇ NRI, ਸਾਡਾ ਡਾਇਸਪੋਰਾ ਬੈਠਾ ਨਾ, ਉਹਨਾਂ ਨੇ ਜੋ ਰੋਲ ਇਸ ਸੰਘਰਸ਼ ਚ ਨਿਭਾਇਆ, ਉਹ ਬਾਕਮਾਲ ਆ, ਬਹੁਤ ਵੱਡੀ ਪ੍ਰਾਪਤੀ ਆ ਇਸ ਗੱਲ ਦੀ। ਸੋ ਡਾਇਸਪੋਰਾ ਨੇ ਵੀ ਇਸ ਚ ਬਹੁਤ ਵੱਡਾ ਰੋਲ ਨਿਭਾਇਆ। ਅਸੀਂ ਆਪਦਾ ਨੈਰੇਟਿਵ ਖੜਾ ਕਰਕੇ, ਸਟੇਟ ਦੇ ਉਲਟ ਖੜਾ ਕਰਕੇ
इस गल का प्रतख जिहड़ा आपां नूं एग्जाम्पल आ वो मिल जाता जदों मेघालय के जनरल ने यह गल कही सी ना, गवर्नर ने, सॉरी, जदों मेघालय के गवर्नर ने यह गल कही भी मैं मोदी साहब नूं मिलन गया, उन्होंने मैं कहा भी सिखां नूं खाली हथ ना भेजो, भी ये 300 साल तक नहीं भुलते। अगली गल उन्होंने कही भी 2 आर्मड फोर्सेस दे, ये बहुत इंपॉर्टेंट गल है, इनू देखियो ते समझियो, 2 आर्मड फोर्सेस दे जनरल्स आ जिहड़े, उन्होंने भी ये गल आके कही प्राइम मिनिस्टर नूं भी इस अंदोलन का जिहड़ा असर आ वो आर्मड फोर्सेस जिहड़े सिख आ उन्हां ते भी पै रहा। सो तुसी समझो जिहड़ी स्टेट आ ना, उन्हें ये गल सरकार नूं समझाई भी जे स्टेट रहूगी तो तू रहेगा। साडे लई इस टाइम स्टेट क्राफ्ट नूं समझो, माहौल नूं ठीक रखना जरूरी आ, ते गल सही भी आ। माहौल इस करके उन्होंने बड़ा सोच समझ के उस दिन फैसला लिया जिस दिन इशारा उन्होंने बंदियां नूं देना सी जिहड़े बंदियां ने संघर्ष लड़िया, जिहड़ी स्पिरिट ने संघर्ष लड़िया। हुण वो स्पिरिट असीं साझे तौर ते दिखाई आ। जदों 3 कानूनां नूं रद्द करन दी गल आई तो एक गल मैं नोटिस की भी साडे जिहड़े किसान लीडर है ना, मैं उन्होंने एक बेनती करना चाहना भी उन्होंने बड़े ही एक जिहड़े कहंदे आ ना भी खुशी होनी चाहिदी सी। चलो असीं आपदा जशन उद्दां ही मनावांगे जिद्दां पार्लीमेंट च रद्द हो गए, ठीक आ, पर खुशी होनी चाहिदी। उन्हां दे चेहरिਆਂ तो खुशी नहीं प्रगट हुई। हुण ये गल असीं उन्हां नूं कहंदे आ भी तुसीं खुश हो इस गल ते भी गुरु नानक साहब दी या बाबे नानक ने कला वरताई है जिहदी आपां गल करदे हुंदे सी हमेशा, ते इस गल नूं एक्सैप्ट करो। तुसीं भी तां पंथ दा हिस्सा हो, तुसीं भी तां सिखां दे घरां च जम्मे हो ना, तुसीं किहड़ा पंथ तो बाहर हो। सो इस करके साडी सांझी विक्ट्री आ, असीं सांझे तौर ते ये मोर्चा लड़िया, सिख स्पिरिट ने यह मोर्चा लड़िया, गुरु खालसा पंथ दी विक्ट्री आ, गुरु साहब दी मेहर होई, इस गल नूं पछाणीए आपां। अगली गल, जे असीं इस सरकार नूं किहड़ा नहीं जाणदे, असीं भुल्ले आ इस सरकार नूं। JNU दा संघर्ष इन्हां ने किवें हैंडल कीता सी सानूं सारिआं नूं पता है ना। उस तों बाद शाहीन बाग दा संघर्ष इन्हां ने किवें हैंडल कीता सी सानूं सारिआं नूं पता। सो ये संघर्ष फिर जिवें आर्टिकल लिखे गए आ बड़े बड़े न्यूज़पेपरां च भी सिक्स हैव डिफीटेड दिल्ली वंस अगेन। सी देखो तुसी गल्लां नूं पछाणो, जदों तक असीं इस विक्ट्री नूं पछाणांगे नहीं ते असीं नफरत नूं आपदे दिलां चों कढ के, किसान लीडरां नूं मेरी बेनती आ भी नफरत नूं आपदे दिलां चों कढ के फैसले लो। हुण अगले जिहड़े फैसले लाओगे वो किसानां दे हितां नूं सामने रख के लिओ, किते आपदी पॉलिटिक्स एडवांस करन दे चक्कर च ना पै जिओ, फिर जित्ती जिताई खेड़ आ जिहड़ी वो सारी बिगाड़ बैठोगे। सो ये तो मेरी बेनती आ, क्योंकि मेरे ते बड़े तुसी इल्जाम लाउणे हो। जदों भी मैं कोई सवाल करदा तो जिहड़ा भी मोर्चे नूं सवाल करदा सी वो मोर्चे नूं दो फाड़ करन वाली गल करदा सी। ये एक परसैप्शन बनाती सी। हुण तां असीं जित्ते बैठे आ, हुण तां मैं तुहानूं गल्लां कर सकदा, तुहानूं तुहाडे नाल रूबरू हो सकदा, ना ही क्रेडिट वॉर च पिओ, ना ही कोई आपदी पोलिटिकल माइलेज लैण वास्ते पोलिटिकल आपदी जिहड़ी जां कह लईए राजसी जमीन तलाशिओ। संगत ने आपे नवाज देनी आ, किसी माइलेज या क्रेडिट वॉर की जरूरत नहीं। जेड़ा भी कोई डेस्परेशन दिखाऊगा उन्होंने संगत ने पासे कर देना। कोई सानू ना तो क्रेडिट लैण की जरूरत है, साडा सांझा मोर्चा, साडी सांझी विक्ट्री आ। अगली गल जो इत्थे मीडिया का रोल रहा, नैशनल मीडिया का, राइट विंग या पेड मीडिया का रोल तो बहुत ही माड़ा रहा, क्योंकि उन्होंने सानू जिहड़ी इंफॉर्मेशन है ना, मीडिया का की रोल हुंदा, मीडिया का रोल हुंदा भी जिहड़े मसले आ उन्हां दी जो इंफॉर्मेशन आ उन्हां नूं हूबहू लोकां तक लैके जाइए ताकि लोग उहदा हल कढ सकन या उहदा हल निकल सके। जदों किसी तरह दी मीटिंग्स होण उत्थे हल निकल सके। पर मीडिया, नैशनल मीडिया ने एडा कूड़ प्रचार किया, मिस इंफॉर्मेशन स्प्रैड की है ना। एक अंग्रेजी की कहावत आ, इट्स बेटर टू बी not informed than misinformed. So
ਇਹੀ ਆਪਾਂ ਗੱਲ ਇਹ ਕਰਦੇ ਆਂ ਵੀ ਇਹ ਚੰਗਾ ਰਹਿੰਦਾ ਵੀ ਸਾਨੂੰ ਇਨਫੋਰਮੇਸ਼ਨ ਨਾ ਮਿਲੇ ਰਾਦਰ ਦੈਨ ਵੀ ਸਾਨੂੰ ਮਿਸ ਇਨਫੋਰਮੇਸ਼ਨ ਮਿਲੇ। ਸਾਨੂੰ ਨੈਸ਼ਨਲ ਮੀਡੀਆ ਨੇ ਮਿਸ ਇਨਫੋਰਮੇਸ਼ਨ ਦਿੱਤੀ। ਅੱਜ ਇਹ ਵੀ ਪ੍ਰਤੱਖ ਹੋ ਗਈ ਗੱਲ ਵੀ ਉਹਨਾਂ ਨੇ ਬਹੁਤ ਇਹੋ ਜਿਹੇ ਅਕਾਊਂਟ ਸਸਪੈਂਡ ਕਰਤੇ ਜਿਹੜੇ ਅਕਾਊਂਟਾਂ ਤੋਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ। ਇਹ ਵੇਖ ਲਓ, ਪ੍ਰਤੱਖ ਹੋ ਗਈ ਗੱਲ। ਔਰ ਉਹ ਬਹੁਤ ਵੱਡੇ ਵੱਡੇ ਪੇਜ ਤੇ ਵੱਡੇ ਵੱਡੇ ਅਕਾਊਂਟ ਸੀ, ਟਵਿੱਟਰ ਤੇ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ। ਇਹ ਗੱਲ ਦਾ ਇਹਦਾ ਅਸਰ ਕੀ ਹੋਇਆ ਵੀ ਸਿੱਖਾਂ ਨੂੰ ਇੱਕ ਟਾਈਮ ਨੈਸ਼ਨਲ ਮੀਡੀਆ ਨੇ ਬਦਨਾਮ ਕਰਨ ਦੀ ਤਾਂ ਕੋਸ਼ਿਸ਼ ਕੀਤੀ ਜਿਹੜਾ ਪੇਡ ਰਾਈਟ ਵਿੰਗ ਮੀਡੀਆ ਸੀ, ਗੋਦੀ ਮੀਡੀਆ ਸੀ। ਪਰ ਇਹਦੇ ਨਾਲ ਨਾਲ ਆ ਜਿਹੜੇ ਅਦਾਰੇ ਪੰਜਾਬ ਦੇ ਆ, ਰੋਜ਼ਾਨਾ ਸਪੋਕਸਮੈਨ, ਹੋਰ ਜਿਹੜੇ ਅਦਾਰੇ ਆ ਪੰਜਾਬ ਦੇ, ਇਹਨਾਂ ਨੇ ਵੀ ਸਿੱਖਾਂ ਤੇ ਅਟੈਕ ਵਿੱਢਿਆ। ਇਹਨਾਂ ਨੇ ਇਹੋ ਜਿਹੇ ਬੰਡਿਆਂ ਦੀਆਂ ਮੀਟਿੰਗਾਂ ਇੰਟਰਵਿਊਆਂ ਕਰਾਈਆਂ ਵੀ ਲੜੀ ਚਲਾਤੀ। ਔਰ ਮੇਰੇ ਵਿਰੁੱਧ ਤਾਂ ਲੜੀਓ ਚਲਾਤੀ ਵੀ ਕਦੇ ਕੋਈ ਸਿੱਖ ਕਾਕਸ ਨਾਲ ਮਿਲਾ ਦਿੰਦਾ ਸੀ, ਕਦੇ ਕੋਈ ਬੀਜੇਪੀ ਨਾਲ ਮਿਲਾ ਦਿੰਦਾ ਸੀ, ਕਦੇ ਆਰਐਸਐਸ ਦਾ ਪਲਾਂਟਡ ਬਣਾ ਦਿੰਦੇ ਸੀ। ਇਹਨਾਂ ਨੇ ਐਡਾ ਵੱਡਾ ਪ੍ਰੋਪਗੈਂਡਾ ਚਲਾਇਆ। ਇਹਨਾਂ ਨੇ ਫਿਰ ਇੱਕ ਗੱਲ ਹੋਰ ਬਹੁਤ ਵੱਡੀ ਕਹੀ, ਜਿਹੜੀ ਹੁਣ ਕੁਛ ਆਗੂ ਹਜੇ ਤੱਕ ਕਹਿ ਰਹੇ ਆ ਵੀ ਇਹ ਧਰਮ ਦਾ ਅੰਦੋਲਨ ਨਹੀਂ ਆ, ਇਹਨੂੰ ਧਾਰਮਿਕ ਰੰਗਤ ਨਾ ਦਿਓ। ਇੱਕ ਗੱਲ ਆਪਾਂ ਆਗੂਆਂ ਤੋਂ ਪੁੱਛਦੇ ਹਾਂ ਵੀ ਜਿੱਦਾਂ ਦਾ ਅੰਦੋਲਨ ਸ਼ੁਰੂ ਹੋਇਆ ਉੱਥੇ ਲੰਗਰ ਕਿਹਨਾਂ ਨੇ ਲਾਇਆ, ਉੱਥੇ ਨਿਤਨੇਮ ਕੌਣ ਕਰ ਰਿਹਾ, ਉੱਥੇ ਅਰਦਾਸਾਂ ਕੌਣ ਕਰ ਰਿਹਾ? ਸਿੱਖੀ ਨੂੰ ਤੇ ਕਿਸਾਨੀ ਨੂੰ ਤੁਸੀਂ ਵੱਖ-ਵੱਖ ਪੰਜਾਬ ਚੋਂ ਕਿਵੇਂ ਦੇਖ ਸਕਦੇ ਹੋ? ਇਹ ਕਿਵੇਂ ਕੱਢ ਸਕਦੇ ਹੋ? ਕਿਸਾਨੀ ਚੋਂ ਸਿੱਖੀ ਕੱਢ ਲਓਗੇ ਜਾਂ ਸਾਡੇ ਖੂਨ ਚੋਂ ਸਿੱਖੀ ਕੱਢ ਲਓਗੇ? ਸੋ ਧਾਰਮਿਕ ਰੰਗਤ ਨਹੀਂ ਕੋਈ ਦੇ ਰਿਹਾ। ਇਹ ਅੰਦੋਲਨ ਹੀ ਧਰਮ ਦੇ ਜਜ਼ਬੇ ਚੋਂ ਲੜਿਆ ਗਿਆ, ਸਿੱਖ ਸਪਿਰਿਟ ਨਾਲ ਲੜਿਆ ਗਿਆ। ਇਸ ਗੱਲ ਨੂੰ ਪਛਾਣੋ। ਜਿਹੜੀ ਲੜਾਈ ਜਦੋਂ ਤੁਸੀਂ ਜਾਂਦੇ ਸੀ ਨਾ ਮੀਟਿੰਗਾਂ ਕਰਨ ਵਾਸਤੇ ਸਰਕਾਰ ਨਾਲ, ਤੇ ਸਰਕਾਰ ਤੀਜੇ ਕੁ ਦਿਨ ਸੱਦਦੀ ਸੀ ਤੁਹਾਨੂੰ, ਉਹ ਇਸੇ ਕਰਕੇ ਸੱਦਦੀ ਸੀ ਕਿਉਂਕਿ ਜਿਹੜੇ ਪਤੰਦਰ ਖੜ ਗਏ ਸੀ ਉਹ ਸਟੇਟ ਨੂੰ ਚੈਲੰਜ ਕਰਦੇ ਸੀ। ਉਹ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ, ਬੀਜੇਪੀ ਨੂੰ ਜਾਂ ਕਾਂਗਰਸ ਨੂੰ ਚੈਲੰਜ ਨਹੀਂ ਕਰ ਰਹੇ ਸੀ, ਉਹ ਸਟੇਟ ਦੀ ਬਣਤਰ ਨੂੰ, ਸਟੇਟ ਦੇ ਸਟਰਕਚਰ ਨੂੰ ਚੈਲੰਜ ਕਰਦੇ ਸੀ। ਜਦੋਂ ਸਟੇਟ ਦੇ ਸਟਰਕਚਰ ਨੂੰ ਚੈਲੰਜ ਕਰ ਰਹੇ ਆ ਤਾਂ ਸਰਕਾਰ ਤੁਹਾਨੂੰ ਤੀਜੇ ਕੁ ਦਿਨ ਬੁਲਾਉਂਦੀ ਸੀ। 26 ਜਨਵਰੀ ਤੋਂ ਬਾਅਦ ਜਿੱਦਾਂ ਤੁਸੀਂ ਆਪ ਹੀ ਉਹਨਾਂ ਬੰਦਿਆਂ ਨੂੰ ਉੱਥੋਂ ਅੱਖੋਂ ਪਰੋਖੇ ਕਰਤਾ ਤੇ ਉਹਨਾਂ ਨੂੰ ਗਦਾਰ ਐਲਾਨਤਾ, ਤੁਹਾਡੀਆਂ ਉਹ ਮੀਟਿੰਗਾਂ ਵੀ ਬੰਦ ਹੋ ਗਈਆਂ। ਨਹੀਂ, ਤੁਸੀਂ ਆਪਦੀਆਂ ਟਰਮਸ ਤੇ ਜਾ ਕੇ ਜਰਨੈਲਾਂ ਵਾਂਗੂ ਬਹਿ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ। ਸੋ ਇਹਨੂੰ ਕਿਸੇ ਨੇ ਧਾਰਮਿਕ ਰੰਗਤ ਨਹੀਂ ਦਿੱਤੀ। ਇਹ ਅੰਦੋਲਨ ਹੀ ਸਿੱਖੀ ਸਪਿਰਿਟ ਚੋਂ ਲੜਿਆ ਗਿਆ। ਚਾਹੇ ਉੱਥੇ ਸੇਵਾ ਕੀਤੀ ਆ ਉਹ ਵੀ ਸਿੱਖੀ ਸਪਿਰਿਟ ਚੋਂ, ਜੋ ਬਿਰਤਾਂਤ ਆਪਾਂ ਖੜਾ ਕੀਤਾ ਉਹ ਵੀ ਸਿੱਖੀ ਸਪਿਰਿਟ ਚੋਂ, ਜੋ ਸਾਡੀ ਇੱਥੇ ਡਾਇਸਪੋਰਾ ਨੇ ਬਾਹਰ ਬੈਠ ਕੇ ਰੈਲੀਆਂ ਕੀਤੀਆਂ ਜਾਂ ਉੱਥੋਂ ਇੱਕ ਨੈਰੇਟਿਵ ਖੜਾ ਕੀਤਾ ਉਹ ਵੀ ਸਿੱਖੀ ਸਪਿਰਿਟ ਚੋਂ। ਇਹ ਤਾਂ ਪ੍ਰਤੱਖ ਆ। ਤੁਸੀਂ ਜਿਹੜੀ ਮਰਜ਼ੀ ਵੀਡੀਓ ਕੱਢ ਲਓ, ਜਿਹੜਾ ਮਰਜ਼ੀ ਗਾਣਾ ਕੱਢ ਲਓ, ਸਟੇਜ ਦੀਆਂ ਵੀਡੀਓ ਕੱਢ ਲਓ। ਅੱਜ ਤੁਸੀਂ ਇਹ ਆਪ ਗੱਲ ਮੰਨੋ ਵੀ ਤੁਸੀਂ ਵੀ ਉਸੇ ਪੰਥ ਦਾ ਹਿੱਸਾ ਹੋ, ਤੁਸੀਂ ਇਸ ਪੰਥ ਤੋਂ ਪਾਸੇ ਨਹੀਂ ਹੋ। ਸੋ ਇਹ ਗੱਲਾਂ ਸਾਡੇ ਲਈ ਕਰਨੀਆਂ ਬੜੀਆਂ ਜ਼ਰੂਰੀ ਸੀ। ਅਗਲੀ ਗੱਲ, ਜਿਵੇਂ ਤੁਸੀਂ ਬਾਰ-ਬਾਰ ਇਹ ਗੱਲਾਂ ਲਿਆਉਂਦੇ ਰਹੇ ਨਾ, ਸਾਨੂੰ ਵੀ ਪਤਾ ਸੀ ਵੀ 10 ਦਸੰਬਰ ਆ ਜਿਹੜਾ ਉਹ ਵਰਲਡ ਹਿਊਮਨ ਰਾਈਟਸ ਡੇ ਆ। ਅਸੀਂ ਵੀ ਆਪਦੇ ਬੰਦੀ ਸਿੰਘਾਂ ਦੀ ਗੱਲ ਕਰ ਸਕਦੇ ਸੀ ਉੱਥੇ, ਅਸੀਂ ਕੀਤੀ ਨਹੀਂ ਕੀਤੀ। ਤੁਸੀਂ ਉਹ ਕੋਈ ਆਂਧਰਾ 'ਚ, ਕੋਈ ਕੇਰਲਾ 'ਚ, ਕੋਈ ਹੋਰ ਜਿਹੜੇ ਬੰਦੇ ਕੋਈ ਫੜੇ ਹੋਏ ਆ ਲੈਫਟ ਦੇ, ਵੀ ਉਹਨਾਂ ਨੂੰ ਰਿਹਾ ਕਰੋ। ਅਸੀਂ ਕਦੇ ਇਸ ਗੱਲ ਨੂੰ ਪਾਸੇ ਨਹੀਂ ਲੈ ਕੇ ਗਏ ਵੀ ਇਹ ਕਿਸਾਨੀ ਦੀ ਗੱਲ ਆ, ਸਪਿਰਿਟ ਸਿੱਖੀ ਨਾਲ ਲੜਿਆ ਜਾ ਰਿਹਾ ਅੰਦੋਲਨ, ਇਹ ਤੋਂ ਪਾਸੇ ਨਹੀਂ ਗਏ। ਹੁਣ ਵੀ ਅਸੀਂ ਜਿਹੜੀ ਪੰਥਕ ਬੰਦੇ ਆ ਉਹ ਅੱਜ ਵੀ ਇਹ ਗੱਲ ਕਹਿ ਰਹੇ ਆ ਵੀ 3 ਕਾਨੂੰਨਾਂ ਦੀ ਲੜਾਈ ਸੀ। 3 ਕਾਨੂੰਨਾਂ ਦੀ ਜਿਹੜੀ ਲੜਾਈ ਆ ਉਹ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ ਤੇ ਇਹ ਗੁਰੂ ਖਾਲਸਾ ਪੰਥ ਦੀ ਜਿੱਤ ਹੋਈ ਆ। ਤੁਸੀਂ ਵੀ ਉਸ ਗੁਰੂ ਖਾਲਸਾ ਪੰਥ ਦਾ ਹਿੱਸਾ ਹੋ। ਤੁਸੀਂ ਆ ਕਹਿ ਦਿਓ ਵੀ ਤੁਸੀਂ ਨਹੀਂ ਹੋ, ਤੁਸੀਂ ਪਾਸੇ ਹੋ ਉਸ ਗੁਰੂ ਖਾਲਸਾ ਪੰਥ ਤੋਂ। ਸੋ ਜਿੱਤ ਦਾ ਜਿਹੜਾ ਇੱਕ ਤੁਹਾਡੇ ਚਿਹਰਿਆਂ ਤੇ ਨੂਰ ਹੋਣਾ ਚਾਹੀਦਾ ਉਹਨੂੰ ਵਾਪਸ ਲੈ ਕੇ ਆਓ। ਇਹਨੂੰ ਹੋਰ ਕਿਸੇ ਗੱਲਾਂ 'ਚ ਨਾ ਫਸਾਓ ਵੀ ਦੇਖੋ ਗੁਰੂ ਨਾਨਕ ਸਾਹਿਬ ਦੇ ਦਿਨ ਤੇ ਇਹ ਐਲਾਨ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਆ। ਆਪਦੇ ਅੰਦਰੋਂ ਜਿਹੜੀ ਇੱਕ ਤੁਹਾਡੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਆ ਨਾ, ਉਹਨੂੰ ਪਾਸੇ ਰੱਖ ਕੇ ਫੈਸਲੇ ਲਓ। ਤੁਸੀਂ ਸਹੀ ਫੈਸਲੇ ਲਵੋਗੇ। ਜੇ ਉਹ ਨਫ਼ਰਤ ਆਪਦੀ ਦਿਲਾਂ 'ਚ ਰੱਖ ਕੇ ਫੈਸਲੇ ਲਓਗੇ ਤਾਂ ਤੁਹਾਡੇ ਫੈਸਲੇ ਵੀ ਸਹੀ ਨਹੀਂ ਹੋਣੇ। ਹੁਣ ਇੱਕ ਹੋਰ ਗੱਲ ਜਿਹੜੀ ਆਪਾਂ ਮੀਡੀਆ ਦੀ ਕਰ ਰਹੇ ਸੀ, ਰਾਈਟ ਵਿੰਗ ਮੀਡੀਆ ਨੇ ਤਾਂ ਸਾਨੂੰ ਭੰਡਿਆ ਹੀ ਭੰਡਿਆ ਸੀ। ਉਹ ਫੇਕ ਅਕਾਊਂਟਸ ਨੇ ਜਿਹੜਾ ਸਾਨੂੰ ਬਦਨਾਮ ਕੀਤਾ, ਹਨਾ। ਆ ਜਿਹੜਾ ਸਾਡਾ ਪੰਜਾਬੀ ਮੀਡੀਆ, ਰੋਜ਼ਾਨਾ ਸਪੋਕਸਮੈਨ ਵਰਗੇ ਚੈਨਲ ਆ, ਇਹਨਾਂ ਨੇ ਵੀ ਸਾਨੂੰ ਬੜਾ ਆਈਸੋਲੇਟ ਕੀਤਾ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।
ਇਹੋ ਜਿਹੇ ਮੀਡੀਆ ਤੋਂ ਵੀ ਬਚ ਕੇ ਰਹੋ। ਇਸ ਕਰਕੇ ਆਪਾਂ ਇੱਕ ਮੁਹਿੰਮ ਜਿਹੜੀ ਚਲਾਈ ਆ ਨਾ ਹੁਣ, ਵੀ ਉਹਦੇ ਚ ਰਾਈਟ ਵਿੰਗ ਪੇਡ ਮੀਡੀਆ ਨੂੰ ਬਾਈਕਾਟ ਕਰੋ, ਤੇ ਪੰਜਾਬ ਦੇ ਉਸ ਮੀਡੀਆ ਨੂੰ ਜਿਨ੍ਹਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਵੇਂ ਕਿ ਰੋਜ਼ਾਨਾ ਸਪੋਕਸਮੈਨ, ਉਹਨਾਂ ਨੂੰ ਵੀ ਆਪਾਂ ਬਾਈਕਾਟ ਕਰਾਂਗੇ। ਬਾਈ ਜੀ ਤੁਸੀਂ ਅੱਜ ਜਿੰਨੇ ਮਰਜ਼ੀ ਤਕੜੇ ਹੋ, ਜਿੱਡਾ ਮਰਜ਼ੀ ਤੁਹਾਡਾ ਬੇਸ ਹੋਵੇ ਪੰਜਾਬ 'ਚ, ਕਾਂਗਰਸ ਤੁਹਾਨੂੰ ਬੈਕ ਕਰਦੀ ਹੋਵੇ, ਤੁਸੀਂ ਜਮਾਂ ਉਹਨੂੰ ਕਾਂਗਰਸ ਨੂੰ ਪਲੇਟਫਾਰਮ ਦਿੰਦੇ ਹੋ, ਪਰ ਅਸੀਂ ਇਹ ਗੱਲ ਲੈ ਕੇ ਆਉਣੇ ਆ ਵੀ ਸੱਚ ਤੇ ਜੇ ਤੁਸੀਂ ਨਹੀਂ ਖੜਦੇ, ਔਰ ਤੁਸੀਂ ਨਹੀਂ ਖੜੇ, ਤੁਸੀਂ ਬੜਾ ਆਪਦੇ ਇੱਕ ਨੈਰੇਟਿਵ ਨੂੰ ਅਕੋਮੋਡੇਟ ਕਰਕੇ ਤੇ ਉਹ ਜਿਹਾ ਇੱਕ ਜਿਹੜਾ ਤੁਸੀਂ ਪ੍ਰੋਪੇਗੈਂਡਾ ਚਲਾਇਆ ਤੇ ਲੈਫਟ ਨੂੰ ਉੱਥੇ ਅਕੋਮੋਡੇਟ ਕੀਤਾ। ਇਸੇ ਤਰ੍ਹਾਂ ਕੁਝ ਨਿਊਜ਼ਪੇਪਰ ਜਿਨ੍ਹਾਂ ਨੇ ਲੈਫਟ ਨੂੰ ਅਕੋਮੋਡੇਟ ਕੀਤਾ। ਇਹ ਜਿਹੜੀ ਗੱਲ ਆ ਨਾ, ਇਹਨਾਂ ਗੱਲਾਂ ਤੋਂ ਤੁਸੀਂ ਆਪਦੇ ਆਪ ਨੂੰ, ਮੇਰੇ ਖਿਆਲ ਨਿਰਪੱਖ ਹੁੰਦਾ ਜਿਹੜਾ ਮੀਡੀਆ ਦਾ ਰੋਲ ਹੁੰਦਾ, ਉਹਨਾਂ ਦਾ ਰੋਲ ਬੜਾ ਨਿਰਪੱਖ ਹੁੰਦਾ। ਉਹ ਦੋਨੇ ਪਾਸਿਆਂ ਦੀ ਜਾਂ ਹਰ ਪਰਸਪੈਕਟਿਵ ਨੂੰ ਹਾਈਲਾਈਟ ਕਰਕੇ ਪੇਸ਼ ਕਰਦੇ ਆ ਤਾਂ ਕਿ ਲੋਕ ਡਿਸਾਈਡ ਕਰ ਸਕਣ। ਲੋਕਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ, ਲੋਕਾਂ ਨੂੰ ਨਿਊਜ਼ ਚਾਹੀਦੀ ਆ, ਲੋਕਾਂ ਨੂੰ ਵਿਊਜ਼ ਨਹੀਂ ਚਾਹੀਦੇ। ਤੁਸੀਂ ਵਿਊਜ਼ ਦੀ ਗੇਮ ਖੇਡਣ ਲੱਗ ਗਏ। ਹੁਣ ਇਹ ਦੂਜੀ ਗੱਲ, ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਵੀ ਸਿੱਖ ਲੀਡਰਸ਼ਿਪ ਨੂੰ ਵੀ ਇਸ ਟਾਈਮ ਗੱਲ ਸਮਝਣੀ ਚਾਹੀਦੀ ਆ ਵੀ ਸਾਡੇ ਕੋਲੇ ਇੱਕ ਗੋਲਡਨ ਅਪੋਰਚੁਨਿਟੀ ਆ ਇਕੱਠੇ ਹੋਣ ਦੀ। ਗੋਲਡਨ ਅਪੋਰਚੁਨਿਟੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਦਿੱਤੀ ਆ, ਇੱਕ ਮੰਚ ਤੇ ਆ ਕੇ ਆਪਦੀ ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰਕੇ ਤੇ ਭਵਿੱਖ ਦੀ ਕੋਈ ਨਾ ਕੋਈ ਰਣਨੀਤੀ ਉਲੀਕਣ ਦੀ, ਭਵਿੱਖ 'ਚ ਕੌਮ ਨੂੰ ਤੁਸੀਂ ਕਿਵੇਂ ਲੀਡ ਕਰਨਾ, ਇਸ ਰਣਨੀਤੀ ਨੂੰ ਉਲੀਕਣ ਦੀ। ਇਸ ਕਰਕੇ ਤੁਸੀਂ ਹੁਣ ਇੱਕ ਸਾਂਝੀ ਕਾਲ ਦਿਓ, ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰੋ, ਤੁਹਾਨੂੰ ਆਪੇ ਗੁਰੂ ਸਾਹਿਬ ਵਡਿਆਈਆਂ ਬਖਸ਼ਣਗੇ, ਗੁਰੂ ਸਾਹਿਬ ਸਭ ਕੁਝ ਬਖਸ਼ ਦੇਣਗੇ ਜੇ ਤੁਸੀਂ ਸੱਚੀ ਨੀਤ ਤੇ ਸੱਚੇ ਮਨ ਨਾਲ ਤੁਰੇ। ਆਪਾਂ ਤਾਂ ਜਿੱਥੋਂ ਬਹਿ ਕੇ ਬੋਲਣ ਲੱਗੇ ਸੀ ਉੱਥੇ ਬੈਠੇ ਆ, ਉੱਥੇ ਹੀ ਕੋਈ ਕ੍ਰੈਡਿਟ ਨਹੀਂ, ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ, ਕਿਸੇ ਤਰ੍ਹਾਂ ਦੀ ਕੋਈ ਰਾਜਨੀਤਿਕ ਸਪੇਸ ਜਾਂ ਪੋਲੀਟੀਕਲ ਸਪੇਸ ਨਹੀਂ ਚਾਹੀਦੀ। ਗੱਲ ਪਹਿਲੇ ਦਿਨ ਵੀ ਉਹੀ ਕਰ ਰਹੇ ਸੀ ਤੇ ਅੱਜ ਵੀ ਉਹੀ ਕਰ ਰਹੇ ਆ। ਇਸ ਲਈ ਨਫ਼ਰਤਾਂ ਨੂੰ ਦਿਲ ਚੋਂ ਕੱਢ ਕੇ ਸਾਨੂੰ ਸਾਂਝੇ ਤੌਰ ਤੇ ਸਾਡੀ ਜਿੱਤ ਨੂੰ ਮੰਨਣਾ ਚਾਹੀਦਾ। ਇਹ ਜਿਹੜੇ ਪਾਲਾ ਇਹ ਇਤਿਹਾਸਕ ਆ, ਆਉਣ ਵਾਲੀਆਂ ਨਸਲਾਂ ਨੂੰ ਇਹਨੇ ਇੰਸਪਾਇਰ ਕਰਨਾ। ਜਿੱਤ ਨੂੰ ਨਾ ਕਿਤੇ ਆਪਸ 'ਚ ਖਿੱਚੋਤਾਣ ਕਰਕੇ ਜਾਂ ਕ੍ਰੈਡਿਟ ਵਾਰ ਦੇ ਚੱਕਰ 'ਚ ਖਰਾਬ ਕਰ ਲਿਓ, ਕਿਉਂਕਿ ਫਿਰ ਮੁੜ ਕੇ ਅਸੀਂ ਫਿਰ ਉਸੇ ਰਾਹ ਪਾਲਾਂਗੇ। ਇਸ ਜਿੱਤ ਨੂੰ ਸਾਂਭ ਕੇ ਰੱਖਣਾ ਵੀ ਕਿਸੇ ਕਿਸੇ ਨੂੰ ਆਉਂਦਾ ਹੁੰਦਾ, ਇਹਨੂੰ ਸਾਂਭਣ ਦੀ ਜਾਂਚ ਆਉਣੀ ਚਾਹੀਦੀ ਆ, ਸਾਨੂੰ ਪਰਖ ਆਉਣੀ ਚਾਹੀਦੀ ਆ ਸਮੇਂ ਦੀ, ਤੇ ਸਾਨੂੰ ਫਿਊਚਰਿਸਟਿਕ ਜਿਹੜੀ ਇੱਕ ਵਿਜ਼ਨਰੀ ਅਪਰੋਚ ਆ ਉਸ ਗੱਲ ਨਾਲ ਗਾਂ ਦਾ ਸੋਚਣਾ ਚਾਹੀਦਾ। ਚਾਹੇ ਸਾਡੀ ਕੋਈ ਪੋਲੀਟੀਕਲ ਲੀਡਰਸ਼ਿਪ ਆ, ਚਾਹੇ ਪੰਥਕ ਲੀਡਰਸ਼ਿਪ ਆ। ਐਂਡ ਇਟ ਵਾਜ਼ ਅ ਵਾਰ ਆਫ ਨੈਰੇਟਿਵਸ, ਹਨਾ, ਬਿਰਤਾਂਤ ਦੀ ਲੜਾਈ ਸੀ। ਤੁਸੀਂ ਸਟੇਟ ਦੇ ਬਿਰਤਾਂਤ ਨੂੰ ਹਰਾ ਕੇ ਇਹ ਲੜਾਈ ਜਿੱਤੀ ਆ, ਤੇ ਇਸ ਕਰਕੇ ਤੁਸੀਂ ਸਾਰੇ ਇਸ ਗੱਲ 'ਚ ਵਧਾਈ ਦੇ ਪਾਤਰ ਹੋ। ਜਿਹੜੀ ਮੈਂ ਗੱਲ ਇੱਕ ਹੋਰ ਸੰਗਤ ਨਾਲ ਕਰਨੀ ਸੀ ਉਹ ਇਹ ਆ ਵੀ ਆਪਾਂ ਸਾਰੇ ਅੰਦੋਲਨ 'ਚ, ਹਾਲਾਂਕਿ 26 ਤਰੀਕ ਤੋਂ ਬਾਅਦ ਮੇਰੀ ਉੱਥੇ ਵਿੱਚ ਕਿਤੇ ਇੱਕ ਰਾਤ ਨੂੰ ਜਾਂਦਾ ਲੰਘਦਾ ਟੱਪਦਾ ਮੈਂ ਉੱਥੇ ਚਲਾ ਜਾਂਦਾ ਸੀ, ਸਾਰੇ ਅੰਦੋਲਨ 'ਚ ਇੱਕ ਵੱਡਾ ਨੈਰੇਟਿਵ ਖੜਾ ਕੀਤਾ ਗਿਆ ਮੇਰੇ ਖਿਲਾਫ ਵੀ ਇਹ ਸ਼ਰਾਰਤੀ ਅਨਸਰ ਆ, ਇਹ ਪਲਾਂਟਡ ਆ। ਮੈਂ ਉੱਥੇ ਉਦੋਂ ਬਾਅਦ ਇਸ ਕਰਕੇ ਆਪਦੀ ਦੂਰੀ ਵੀ ਬਣਾਈ ਰੱਖੀ, ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਹ ਕਹੀ ਗਿਆ ਵੀ ਤੁਸੀਂ ਅੰਦੋਲਨ ਨਾਲ ਜੁੜੋ, ਆਪਦੀ ਦੂਰੀ ਬਣਾਈ ਰੱਖੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਵੀ ਕਿਸੇ ਵੀ ਮੌਕੇ ਤੇ ਫੇਰ ਮੇਰੇ ਵੱਲ ਨੂੰ ਸੂਈ ਆ ਜੇ, ਕਿਉਂਕਿ ਬਣਿਆ ਬਣਾਇਆ ਬਿਰਤਾਂਤ ਖੜਾ, ਬਣਿਆ ਬਣਾਇਆ ਬਿਰਤਾਂਤ ਖੜਾ ਵੀ ਆਹ ਵੇਖੋ ਇਹਨੇ ਕਰਤਾ, ਹਨਾ। ਇਸ ਕਰਕੇ ਮੈਂ ਆਪਦੇ ਆਪ ਨੂੰ ਉੱਥੋਂ ਪਾਸੇ ਰੱਖਿਆ। ਸਾਡੀ ਸਾਰੀ ਟੀਮ, ਚਾਹੇ ਸਾਡੇ ਬਾਬਾ ਤਲਵਾੜਾ ਜੀ ਹੋਣ ਜਾਂ ਗੁਰਮੀਤ ਬਾਈ ਅਰਗੇ, ਗੁਰਮੀਤ ਬਾਈ ਮੋਗੇ ਤੋਂ, ਕੁਲਵੰਤ ਬਾਈ ਭਾਣੇ ਅਰਗੇ, ਮਨਜੀਤ ਆਪਣਾ ਸਰਪੰਚ, ਡਾਕਟਰ ਉਦੋਕੇ ਜਿਹੜਾ ਪਹਿਲੇ ਦਿਨ ਤੋਂ ਜਿੱਦੇ ਸਟੇਜ ਟਰਾਲੀ ਤੇ ਲਾਈ ਆ ਉੱਥੇ ਉਹਦੇ ਨਾਲ ਸੀ, ਜਿਨ੍ਹਾਂ ਨੇ ਬਰਾੜੀ ਜਾਣ ਤੋਂ ਸਾਰਿਆਂ ਨੂੰ ਰੋਕਿਆ। ਇਹਨਾਂ ਸਾਰਿਆਂ ਨੂੰ ਜਿੱਤ 'ਚ ਸ਼ਾਮਲ ਕਰੋ ਬਾਈ, ਵੱਡਾ ਇੱਕ ਦਿਲ ਰੱਖ ਕੇ ਇੰਬਰੇਸ ਕਰੋ ਹੁਣ, ਹਨਾ, ਸਮਾਓ ਆਪਦੇ 'ਚ ਸਾਰਿਆਂ ਨੂੰ, ਇੱਕ ਆਪਦੇ ਬੰਦਿਆਂ ਨੂੰ ਹੁਣ ਪਛਾਣੋ, ਤੇ ਅਸੀਂ ਇਹਨਾਂ ਸਾਰਿਆਂ ਨੂੰ ਜਿੱਤ 'ਚ ਸ਼ਾਮਲ ਕਰਕੇ ਸਾਰਿਆਂ ਨੂੰ ਸਨਮਾਨ ਦਈਏ। ਸਾਰੇ ਵਧਾਈ ਦੇ ਪਾਤਰ ਆ। ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਪੰਜਾਬ ਨੇ ਮੋਹਰੀ ਰੂਪ ਆਪਦਾ ਜਿਹੜਾ ਹਰਾਵਲ ਦਸਤਾ ਜਿਹੜਾ ਸਿੱਖੀ ਸਪਿਰਿਟ ਨੇ ਅਦਾ ਕੀਤਾ,
ਤੇ ਗੁਰੂ ਸਾਹਿਬ ਦੀ ਕਲਾ ਜਿਹੜੀ ਉਹ ਵਰਤੀ ਆ, ਇਸ ਗੱਲ ਨੂੰ ਆਪਾਂ ਪਛਾਣੀਏ। ਬਹੁਤ ਸਾਰਾ ਪਿਆਰ ਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।